सतगुर प्रसाद। राग गौड़ी थित्ती कबीर जी की। श्लोक 15 थित्ती 7 वार। कह कबीर उर्वार न पार। साधक सिद्ध लखै जो पेयो। आपे करता आपे देयो। थित्ती अमावस में आस निवारो। अंतर्जामी राम समारो। जीवत पावो मुख द्वार। अनुभव शब्द तत् निज सार। चरण कमल गोबिंद रंग लागा। संत प्रसाद पै मन निर्मल। हर कीर्तन में अनुदिन जागा रहाओ। परवाह प्रीतम करो विचार। कट में खेले अकट अपार। काल कल्पना कदे न खाए। आद पुरख में रह समाए। द्वितीया दो कर जाने अंग। माया ब्रह्म रमै सब संग। ना बढ़े न घटता जाए। अकुल निरंजन एक भाई। तृतीया तीने सम कर ल्यावे। आनंद मूल परम पद पावे। साध संगत उपजै विश्वास। बाहर भीतर सदा प्रगास। वाहिगुरु जी का खालसा वाहिगुरु जी की फतेह। गुरु सवारी साध संगत जीओ, कल ਦੀ ਵਿਚਾਰ ਵਿੱਚ ਅਸੀਂ ਬੜੇ ਵਿਸਥਾਰ ਨਾਲ ਥਿੱਤਾਂ ਵਾਰਾਂ ਦੀ ਗੱਲ ਕੀਤੀ ਅਤੇ ਭਗਤ ਕਬੀਰ ਜੀ ਦੇ ਉਸ ਆਸ਼ੇ ਨੂੰ ਦ੍ਰਿੜਾਉਣ ਦਾ, ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਕਿ ਕਿਸ ਤਰ੍ਹਾਂ ਸੂਰਜ ਅਤੇ ਚੰਦਰਮਾ ਦੇ ਨਾਲ ਨਾਲ ਸੰਬੰਧਿਤ ਇਹ ਵਧੀ ਅਤੇ ਸੁਧੀ ਦਾ ਅਸਾਹਬ, ਹਨੇਰਾ ਪੱਖ ਤੇ ਚਾਨਣਾ ਪੱਖ, ਏਕਮ ਤੋਂ ਲੈ ਕੇ ਪੂਰਨਮਾਸ਼ੀ ਤੱਕ ਤੇ ਪੂਰਨਮਾਸ਼ੀ ਤੋਂ ਬਾਅਦ ਫਿਰ ਮੱਸਿਆ ਤੱਕ ਇਹ ਥਿੱਤਾਂ ਹਨ। ਭਾਵੇਂ ਗੁਰਮਤ ਵਿੱਚ ਇਹਨਾਂ ਥਿੱਤਾਂ ਦਾ ਕੋਈ ਮਹੱਤਵ ਨਹੀਂ, ਪਰ ਭਗਤ ਕਬੀਰ ਜੀ ਨੇ ਤਥਾ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਇਹਨਾਂ ਮਹੀਨਿਆਂ ਥਿੱਤਾਂ ਵਾਰਾਂ ਦੀ ਵਰਤੋਂ ਕਰਕੇ ਸਾਨੂੰ ਇੱਕ ਪਰਮਾਤਮਾ ਨਾਲ ਜੁੜਨ ਦੀ ਸਿੱਖਿਆ ਦਿੱਤੀ। ਇਸ ਲਈ ਸਾਰਾ ਨਿਚੋੜ ਇਹੋ ਹੀ ਹੈ ਕਿ ਅਸੀਂ ਇਹਨਾਂ ਥਿੱਤਾਂ ਵਾਰਾਂ ਦੇ ਚੱਕਰ ਵਿੱਚ ਨਹੀਂ ਫਸਣਾ, ਸਗੋਂ ਇੱਕ ਪਰਮਾਤਮਾ ਦਾ ਸਿਮਰਨ ਕਰਨਾ। ਤਾਂ ਅਸੀਂ ਇਸ ਪਵਿੱਤਰ ਬਾਣੀ ਦੀ ਵਿਚਾਰ ਫਿਰ ਆਰੰਭ ਤੋਂ ਕਰ ਰਹੇ ਹਾਂ। ਇੱਕ ਓਂਕਾਰ, ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ। ਕਾਰ ਦਾ ਮਤਲਬ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਗੌੜੀ ਰਾਗ ਵਿੱਚ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਜਿਸ ਦਾ ਸਿਰਲੇਖ ਥਿੱਤੀ ਹੈ, ਇਹ ਆਰੰਭ ਹੁੰਦੀ ਹੈ। ਸ਼ਲੋਕ 15 ਥਿੱਤੀ 7 ਵਾਰ। ਤੋ ਇਸ ਤਰ੍ਹਾਂ ਭਗਤ ਜੀ ਕਹਿੰਦੇ ਨੇ 15 ਥਿੱਤਾਂ ਹਨ, ਭਾਵ ਮੱਸਿਆ ਤੋਂ ਪੂਰਨਮਾਸ਼ੀ ਤੱਕ, ਪੂਰਨਮਾਸ਼ੀ ਤੋਂ ਮੱਸਿਆ ਤੱਕ ਇਹ 15 ਥਿੱਤਾਂ ਹਨ ਅਤੇ 7 ਵਾਰ ਹਨ। ਐਤਵਾਰ ਤੋਂ ਲੈ ਕੇ ਸੋਮ, ਮੰਗਲ, ਬੁੱਧ, ਵੀਰ, ਸ਼ੁਕਰ, ਸ਼ਨੀਚਰ ਤੇ ਫਿਰ ਐਤ। ਕਹਿ ਕਬੀਰ ਉਰਵਾਰ ਨ ਪਾਰ। ਕਬੀਰ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਕੋਈ ਉਰਵਾਰ ਪਾਰ, ਉਰਲਾ ਪਰਲਾ ਪਾਸਾ ਨਹੀਂ ਜਾਣਿਆ ਜਾ ਸਕਦਾ। ਹਾਂ,
ਜੇ ਕਿਸੇ ਤੇ ਕਿਰਪਾ ਹੋ ਜਾਏ, ਸਾਧਕ ਸਿੱਧ ਲਖੈ ਜੋ ਭੇਓ। ਸਾਧਨਾ ਕਰਨ ਵਾਲੇ ਤਥਾ ਸਿੱਧੀ ਨੂੰ ਪ੍ਰਾਪਤ ਕਰਨ ਵਾਲੇ ਲਖੈ ਜਾਣ ਲਵੇ ਜੇ ਕੋਈ ਇਸ ਤੇ ਭੇਦ ਨੂੰ। ਭਾਵ ਜੇ ਕਿਸੇ ਨੂੰ ਇਹ ਰਮਜ਼, ਇਹ ਡੂੰਘੀ ਗੱਲ ਸਮਝ ਵਿੱਚ ਆ ਜਾਏ, ਫਿਰ ਆਪੇ ਕਰਤਾ ਆਪੇ ਦੇਓ। ਉਹਨੂੰ ਇਹ ਚਾਨਣ ਹੋ ਜਾਏਗਾ, ਸੋਝੀ ਪ੍ਰਾਪਤ ਹੋ ਜਾਏਗੀ ਕਿ ਇਹ ਸਾਰੀ ਖੇਡ ਉਸ ਪਰਮਾਤਮਾ ਦੀ ਆਪਣੀ ਹੈ। ਉਹ ਆਪ ਹੀ ਕਰਤਾ ਹੈ ਤੇ ਆਪ ਹੀ ਦੇਓ। ਦੇਓ ਦਾ ਮਤਲਬ ਹੈ ਪ੍ਰਕਾਸ਼ ਰੂਪ ਹੈ। ਭਾਵ ਇਸ ਸਾਰੀ ਖੇਡ ਵਿੱਚ ਉਹ ਪਰਮਾਤਮਾ ਆਪ ਬੈਠਾ ਹੋਇਆ ਹੈ, ਆਪ ਵਰਤ ਰਿਹਾ ਹੈ। 15 ਥਿਤੀ 7 ਵਾਰ, ਕਹਿ ਕਬੀਰ ਉਰਵਾਰ ਨ ਪਾਰ। ਸਾਧਕ ਸਿੱਧ ਲਖੈ ਜੋ ਭੇਓ, ਆਪੇ ਕਰਤਾ ਆਪੇ ਦੇਓ। ਹੁਣ ਕਬੀਰ ਜੀ ਥਿਤ ਦਾ ਆਰੰਭ ਕਰਦੇ ਹੋਏ, ਥਿਤੀ ਅਮਾਵਸ ਮੈਂ ਆਸ ਨਿਵਾਰੋ, ਅਮਾਵਸ ਮੱਸਿਆ ਤੋਂ ਆਰੰਭ ਕਰਦੇ ਹਨ। ਮੱਸਿਆ ਵਾਲੇ ਦਿਨ ਤੋਂ ਇਹ ਸਿੱਖਿਆ ਦਿੰਦੇ ਹਨ, ਭਾਈ ਆਪਣੇ ਮਨ ਦੇ ਅੰਦਰੋਂ ਇਹਨਾਂ ਦੁਨਿਆਵੀ ਪਦਾਰਥਾਂ ਦੀਆਂ ਆਸਾਂ ਨੂੰ ਨਿਵਾਰੋ, ਨਿਵਰਤ ਕਰੋ। ਕਿਉਂਕਿ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਇਹਨਾਂ ਥਿੱਤਾਂ ਵਾਰਾਂ ਨੂੰ ਵੀ ਕਰਮ ਕਾਂਡਾਂ ਨਾਲ ਜੋੜ ਕੇ, ਭਰਮਾਂ ਤੇ ਵਹਿਮਾਂ ਨਾਲ ਜੋੜ ਕੇ ਵਰਤਦੇ ਨੇ। ਅੱਜ ਮੱਸਿਆ ਹੈ ਜੀ, ਅੱਜ ਪੂਰਨਮਾਸ਼ੀ ਹੈ ਜੀ, ਅੱਜ ਇਹ ਨਹੀਂ ਕਰਨਾ, ਅੱਜ ਉਹ ਨਹੀਂ ਕਰਨਾ। ਭਗਤ ਜੀ ਕਹਿੰਦੇ ਨੇ ਮੇਰੀ ਸਲਾਹ ਮੰਨੋ, ਅਮਾਵਸ ਮੈਂ ਆਸ ਨਿਵਾਰੋ। ਇਹ ਜਿਹੜੀਆਂ ਸੰਸਾਰੀ ਝੂਠੇ ਪਦਾਰਥਾਂ ਦੀਆਂ ਆਸਾਂ ਹਨ, ਇਹਨਾਂ ਨੂੰ ਆਪਣੇ ਅੰਦਰੋਂ ਨਿਵਾਰੋ, ਦੂਰ ਕਰੋ। ਤੇ ਅੰਤਰਜਾਮੀ ਰਾਮ ਸਮਾਰੋ। ਉਹ ਪਰਮਾਤਮਾ ਜੋ ਅੰਤਰਜਾਮੀ ਹੈ। ਅੰਤਰਜਾਮੀ ਦੇ ਵਿਦਵਾਨਾਂ ਨੇ 2 ਅਰਥ ਕੀਤੇ ਹਨ। ਜੋ ਸਭ ਦੇ ਅੰਦਰ ਬਿਰਾਜਮਾਨ ਹੈ ਸੋ ਵੀ ਅੰਤਰਜਾਮੀ, ਤਥਾ ਸਭ ਦੇ ਅੰਦਰ ਦੀ ਜਾਣਨ ਵਾਲਾ ਜੋ ਹੈ ਸੋ ਵੀ ਅੰਤਰ। ਉਸ ਅੰਤਰਜਾਮੀ ਰਾਮ ਨੂੰ ਜੋ ਰਮਿਆ ਹੋਇਆ, ਜੋ ਜ਼ਰੇ ਜ਼ਰੇ ਕਣ ਕਣ ਵਿੱਚ ਸਮਾਇਆ ਹੋਇਆ, ਉਸ ਨੂੰ ਸੰਭਾਲੋ, ਸਿਮਰਨਾ ਕਰੋ, ਯਾਦ ਕਰਨਾ ਕਰੋ। ਕਿਉਂਕਿ ਸਾਰੀ ਗੁਰਬਾਣੀ ਸਾਨੂੰ ਪ੍ਰਾਣੀਆਂ ਨੂੰ ਇਹੀ ਸਿੱਖਿਆ ਦਿੰਦੀ। ਨਿਰਗੁਣਿਆਰ ਇਹ ਅੰਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸੰਭਾਰੋ। ਪਰ ਹੁਣ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਸਾਡੇ ਵਿੱਚੋਂ ਕਿਤਨੇ ਕੁ ਹਨ ਜਿਹੜੇ ਉਸ ਅੰਤਰਜਾਮੀ ਦਾ ਸਿਮਰਨ ਕਰਦੇ ਹਨ। ਕਈ ਲੋਕ ਕਹਿੰਦੇ ਜੀ ਰੋਜ਼ ਸਿਮਰਨ ਕਰਨ ਦਾ ਕੀ ਫਾਇਦਾ। ਭਗਤ ਕਬੀਰ ਜੀ ਨੇ ਬੜੀ ਸੁੰਦਰ ਸਿੱਖਿਆ ਦਿੱਤੀ। ਆਖਿਆ ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੁ ਰਹਿ ਬਿਤ। ਆਖਿਆ ਜਿਸ ਪਰਮਾਤਮਾ ਨੂੰ ਤੁਸੀਂ ਕੰਮ ਪੈਣ ਤੇ ਯਾਦ ਕਰਦੇ ਹੋ, ਉਹਨੂੰ ਨਿਤਾ ਪ੍ਰਤੀ ਯਾਦ ਕਰੋ। ਨਿਤਾ ਪ੍ਰਤੀ ਯਾਦ ਕਰਨ ਦੇ ਨਾਲ ਕੀ ਹੋਵੇਗਾ, ਤੁਹਾਨੂੰ ਅਮਰਾਪੁਰੀ ਵਿੱਚ ਵਾਸਾ ਮਿਲੇਗਾ। ਭਾਵ ਜੰਮਣ ਮਰਨ ਦਾ ਚੱਕਰ ਮੁੱਕ ਜਾਏਗਾ, ਔਰ ਤੁਹਾਡੇ ਦੈਵੀ ਗੁਣਾਂ ਦਾ ਜਿਹੜਾ ਧਨ ਗਵਾਚ ਗਿਆ ਹੈ, ਉਹ ਵੀ ਪਰਮਾਤਮਾ ਦੇ ਸਿਮਰਨ ਕਰਨ ਨਾਲ ਤੁਹਾਨੂੰ ਵਾਪਸ ਮਿਲ ਜਾਏਗਾ। ਕਿਉਂਕਿ ਮੈਂ ਦੇਖਦਾ ਹਾਂ ਕਿ ਬਾਣੀ ਦਾ ਪਾਠ ਪਹਿਲਾਂ ਵੀ ਲੋਕ ਕਰਦੇ ਕਰਾਉਂਦੇ ਸਨ, ਪਰ ਬੜੀ ਸ਼ਰਧਾ ਨਾਲ ਸੁਣਦੇ ਸਨ, ਪਾਠੀ ਸਿੰਘ ਸੁਣਾਉਂਦੇ ਸਨ। ਪਰ ਸਾਡੇ ਦੇਖਦਿਆਂ ਦੇਖਦਿਆਂ ਕੁਝ ਐਸੇ ਸਮੇਂ ਦਾ ਪ੍ਰਭਾਵ ਪਿਆ ਕਿ ਪਾਠ ਤੇ ਹੁਣ ਵੀ ਅੱਗੇ ਨਾਲੋਂ ਜ਼ਿਆਦਾ ਹੋ ਰਹੇ ਨੇ, ਪਰ ਸੁਣਾਉਂਦਾ ਕੋਈ ਨਹੀਂ। ਕੀ ਹੋਇਆ ਜੇ ਸੈਂਕੜਿਆਂ ਹਜ਼ਾਰਾਂ ਵਿੱਚੋਂ ਕੋਈ ਇੱਕ ਭਾਗਸ਼ਾਲੀ ਜਗਿਆਸੂ ਸੁਣਦਾ ਹੋਵੇ ਜਾਂ ਵਿਚਾਰਦਾ ਹੋਵੇ। ਪਰ ਬਹੁਤੀ ਥਾਈਂ ਤਾਂ ਪਾਠ
ਗਿਣਤੀ ਮਿਣਤੀ ਦੇ ਕੀਤੇ ਜਾ ਰਹੇ ਨੇ। ਪਰ ਜੇ ਅਸੀਂ ਵਿਚਾਰ ਕਰਾਂਗੇ ਫਿਰ ਸਾਨੂੰ ਉਹਨਾਂ ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਏਗੀ। ਇਸ ਲਈ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਪ੍ਰੇਰਨਾ ਕੀਤੀ ਹੈ, ਪਿਆਰਿਓ ਕਬੀਰ ਕਾਮ ਪਰੇ ਹਰਿ ਸਿਮਰਿਐ। ਆਮ ਤੌਰ ਤੇ ਅਸੀਂ ਸਾਰੇ ਕੰਮ ਪੈਣ ਤੇ ਰੱਬ ਨੂੰ ਯਾਦ ਕਰਦੇ। ਕੋਈ ਕਾਰਜ ਆਰੰਭ ਕਰਨਾ ਹੈ, ਕਿਸੇ ਕਾਰਜ ਵਿੱਚ ਸਹਾਇਤਾ ਚਾਹੀਦੀ, ਅਸੀਂ ਇਹਨੇ ਪਾਠ ਕਰਾਓ ਜੀ। ਇਹਦਾ ਮਤਲਬ ਸਾਡੇ ਅੰਦਰ ਇਹ ਵਿਸ਼ਵਾਸ ਤੇ ਹੈ ਕਿ ਜੇ ਅਸੀਂ ਉਹਦਾ ਸਿਮਰਨ ਕਰਾਂਗੇ, ਉਹਨੂੰ ਯਾਦ ਕਰਾਂਗੇ, ਉਹ ਸਾਡੀ ਸਹਾਇਤਾ ਕਰੇ। ਭਗਤ ਜੀ ਕਹਿੰਦੇ ਇੱਥੇ ਤੱਕ ਤਾਂ ਠੀਕ ਹੈ, ਪਰ ਕਿਤਨਾ ਚੰਗਾ ਹੋਵੇ ਜੇ ਤੁਸੀਂ ਉਹਨੂੰ ਨਿਤਾ ਪ੍ਰਤੀ ਯਾਦ ਕਰੋ, ਹਰ ਰੋਜ਼ ਉਹਦਾ ਸਿਮਰਨ ਕਰੋ। ਕਈ ਕਹਿੰਦੇ ਜੀ ਰੋਜ਼ ਸਿਮਰਨ ਕਰਨ ਦਾ ਕੀ ਫਾਇਦਾ? ਕਬੀਰ ਜੀ ਕਹਿੰਦੇ ਨੇ ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਫਿਰ ਤੁਹਾਡਾ ਵਾਸਾ ਅਮਰਾਪੁਰੀ ਵਿੱਚ ਹੋਵੇਗਾ, ਜਿੱਥੋਂ ਮੁੜ ਕੇ ਕਦੇ ਮਰਨਾ ਨਹੀਂ ਪਵੇਗਾ, ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ ਪਵੇਗਾ। ਔਰ ਜਿਹੜਾ ਤੁਹਾਡਾ ਦੈਵੀ ਗੁਣਾਂ ਦਾ ਧਨ ਬਿੱਤ ਦੌਲਤ ਗਵਾਚ ਗਈ ਹੈ, ਉਹ ਵੀ ਵਾਪਸ ਆ ਜਾਏ। ਕਿਉਂਕਿ ਜਿਹੜੇ ਸਿਮਰਨ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਉਹੀ ਗੁਣ ਆ ਜਾਂਦੇ ਨੇ ਜੋ ਪਰਮਾਤਮਾ ਵਿੱਚ ਨੇ। ਤੋ ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸਮਾਰੋ, ਜੀਵਤ ਪਾਵੋ ਮੋਖ ਦੁਆਰ। ਲੋਕ ਤਾਂ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਕਰਦੇ ਨੇ। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਉਸ ਅੰਤਰਜਾਮੀ ਦਾ ਸਿਮਰਨ ਕਰੋਗੇ, ਉਹਨੂੰ ਯਾਦ ਕਰੋਗੇ, ਫਿਰ ਜੀਵਤ ਪਾਵੋ ਮੋਖ ਦੁਆਰ। ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੀ ਪਤਾ ਮਿਲੇ ਕਿ ਨਾ ਮਿਲੇ, ਜਾਂ ਮਿਲੀ ਹੈ ਕਿ ਨਹੀਂ ਮਿਲੀ। ਭਗਤ ਜੀ ਕਹਿੰਦੇ ਨੇ ਜਿਉਂਦਿਆਂ ਹੀ ਤੁਸੀਂ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲਓ। ਭਾਵ ਇਹਨਾਂ ਵਿਸ਼ੇ ਵਿਕਾਰਾਂ ਤੋਂ, ਇਸ ਜੰਮਣ ਮਰਨ ਦੇ ਚੱਕਰ ਤੋਂ ਤੁਹਾਨੂੰ ਨਿਰਭੈਤਾ ਮਿਲੇਗੀ। ਅਨੁਭਵ ਸ਼ਬਦ ਤਤ ਨਿਜ ਸਾਰ। ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਅਨੁਭਵ ਸ਼ਬਦ। ਅਨੁਭਵ ਦੇ ਅਰਥ ਜੋ ਭੈ ਤੋਂ ਰਹਿਤ ਹੈ, ਜਿਸ ਤੇ ਸਿਮਰਨ ਕਰਨ ਨਾਲ ਵਿਕਾਰਾਂ ਦੁੱਖਾਂ ਤੇ ਭਰਮਾਂ ਵਹਿਮਾਂ ਤੋਂ ਖੁਲਾਸੀ ਮਿਲ ਜਾਏਗੀ। ਕਹਿੰਦੇ ਅਨੁਭਵ ਸ਼ਬਦ ਉਹ ਪਰਮਾਤਮਾ ਦਾ ਸ਼ਬਦ ਜੋ ਅਨੁਭਵ ਹੈ, ਗਿਆਨ ਰੂਪ ਹੈ। ਤਤ ਨਿਜ ਸਾਰ। ਤਤ ਦਾ ਮਤਲਬ ਹੈ ਜੋ ਅਸਲੀਅਤ ਹੈ, ਨਿਚੋੜ ਹੈ। ਨਿਜ ਦਾ ਮਤਲਬ ਹੈ ਆਪਣਾ ਸਰੂਪ ਜੋ ਹੈ, ਉਹਦੀ ਸਾਰ ਸਮਝ ਆ ਜਾਏਗੀ। ਉਸ ਆਪਣੇ ਅਸਲੇ ਨੂੰ ਜਾਣ ਲਵਾਂਗੇ। ਪਰ ਕਰਨਾ ਕੀ ਪਵੇਗਾ? ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸਮਾਰੋ, ਜੀਵਤ ਪਾਵੋ ਮੋਖ ਦੁਆਰ। ਅਨੁਭਵ ਸ਼ਬਦ ਤਤ ਨਿਜ ਸਾਰ। ਫਿਰ ਭਗਤ ਜੀ ਇਸ ਬਾਣੀ ਦੀ ਰਹਾਉ ਦੀ ਪੰਕਤੀ, ਜਿਸ ਨੂੰ ਅੱਜ ਕੱਲ੍ਹ ਵਿਦਵਾਨ ਵਿਸਰਾਮ ਦੇ ਕੇ ਅੱਗੇ ਚਲੋ ਜੀ, ਗੱਲ ਇੱਕੋ ਹੀ ਹੈ। ਜਿਵੇਂ ਆਮ ਕਹਾਵਤ ਹੈ ਨਾ, ਬਈ ਸਿਰ ਸਿਰਾਂਦੀ ਕਰੋ ਜਾਂ ਪਵਾਂਦੀ ਲੱਕ ਵਿਚਕਾਰ ਹੀ ਆਏਗਾ। ਰਹਾਉ ਦਾ ਮਤਲਬ ਤੇ ਇਹੋ ਹੀ ਹੈ ਕਿ ਰੁਕ ਜਾਓ, ਵਿਸਰਾਮ ਦੇ ਦਿਓ, ਠਹਿਰ ਜਾਓ। ਜਿਹੜੀ ਪੰਕਤੀ ਦੇ ਨਾਲ ਰਹਾਉ ਹੈ, ਇਹਨੂੰ ਜਰਾ ਵਿਚਾਰੋ, ਤੇ ਵਿਚਾਰਨ ਨਾਲ ਤੁਹਾਨੂੰ ਸਾਰੀ ਬਾਣੀ ਦੇ ਕੇਂਦਰੀ ਭਾਵ ਦਾ ਪਤਾ ਲੱਗ ਜਾਏਗਾ। ਚਰਨ ਕਮਲ ਗੋਬਿੰਦ ਰੰਗ ਲਾਗਾ। ਰੰਗ ਤੋਂ ਮਤਲਬ ਹੈ ਪਿਆਰ। ਜਿਨ੍ਹਾਂ ਦਾ ਗੋਬਿੰਦ ਦੇ ਚਰਨ ਕਮਲਾਂ ਨਾਲ ਪਿਆਰ ਲੱਗ ਗਿਆ, ਜਿਨ੍ਹਾਂ ਦੀ ਪ੍ਰੀਤ ਪਰਮਾਤਮਾ ਦੇ ਗੁਣਾਂ ਨਾਲ ਹੋ ਗਈ, ਸੰਤ ਪ੍ਰਸਾਦ ਭਏ ਮਨ ਨਿਰਮਲ। ਉਹਨਾਂ ਤੇ ਗੁਰਮੁਖਾਂ ਦੀ, ਨਾਮ ਜਪਣ ਵਾਲਿਆਂ ਦੀ ਕਿਰਪਾ ਹੋ ਗਈ। ਦੇਖੋ ਕੁਝ ਲੋਕ ਸ਼ਿਕਾਇਤ ਕਰਦੇ ਨੇ, ਉਹ ਜੀ ਸਾਡੇ ਤੇ ਕਿਰਪਾ ਨਹੀਂ ਹੋਈ। ਨਾ ਭਾਈ ਐਸਾ ਨਾ ਕਹੋ। ਇਹ ਕਹਿਣ ਤੋਂ ਪਹਿਲਾਂ ਇਹ ਵੇਖੋ ਕਿ ਅਸੀਂ ਗੁਰੂ ਕਾ ਬਚਨ ਮੰਨੇ, ਅਸੀਂ ਮਹਾਂਪੁਰਖਾਂ ਦੇ ਦੱਸੇ ਤਰੀਕੇ ਤੇ ਚੱਲੇ ਹਾਂ। ਐਵੇਂ ਕਹਿ ਦੇਣਾ, ਮੈਂ ਤੇ ਹਮੇਸ਼ਾ ਕਹਿਣਾ ਵੀ ਜਿਵੇਂ ਕੋਈ ਮਰੀਜ਼
ਡਾਕਟਰ ਤੋਂ ਦਵਾਈ ਲੈ ਆਵੇ, ਪਹਿਲੀ ਗੱਲ ਤੇ ਦਵਾਈ ਖਾਏ ਨਾ, ਜੇ ਖਾਏ ਤੇ ਪਰਹੇਜ਼ ਨਾ ਕਰੇ ਤੇ ਅਗਲੇ ਦਿਨ ਜਾ ਕੇ ਡਾਕਟਰ ਨੂੰ ਉਲਾਂਭਾ ਦੇਵੇ, ਡਾਕਟਰ ਸਾਹਿਬ ਮੇਰੇ ਤੇ ਕਿਰਪਾ ਨਹੀਂ ਹੋਈ। ਡਾਕਟਰ ਸਾਹਿਬ ਨੇ ਪੁੱਛਿਆ ਕਿਉਂ ਬਈ, ਦਵਾਈ ਖਾਧੀ ਸੀ? ਨਾ ਜੀ, ਉਹ ਤਾਂ ਮੈਂ ਖਾਣੀ ਭੁੱਲ ਹੀ ਗਿਆ। ਜਿਨ੍ਹਾਂ ਚੀਜ਼ਾਂ ਤੋਂ ਰੋਕਿਆ ਸੀ ਪਰਹੇਜ਼ ਕੀਤਾ? ਨਾ ਜੀ, ਉਹ ਤੇ ਬੜਾ ਮੁਸ਼ਕਲ ਹੈ। ਲਓ ਫਿਰ ਕਿਰਪਾ ਕਿਵੇਂ ਹੋ ਜਾਏਗੀ? ਤੋ ਗੱਲ ਕੀ, ਭਗਤ ਜੀ ਕਹਿੰਦੇ ਨੇ ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ। ਕਿਉਂਕਿ ਗੁਰਮੁਖ ਤੇ ਸਾਨੂੰ ਪ੍ਰੇਰਦੇ ਨੇ, ਭਾਈ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਜੇ ਤੁਸੀਂ ਹਰ ਸਵਾਸ ਨਾਲ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਤਾਂ ਉਹ ਤੁਹਾਡੇ ਮਨ ਦੀਆਂ ਸਭ ਚਿੰਤਾਵਾਂ ਦੂਰ ਕਰ ਦੇ। ਤੋ ਭਗਤ ਜੀ ਕਹਿੰਦੇ ਨੇ ਜਿਨ੍ਹਾਂ ਤੇ ਕਿਰਪਾ ਹੋ ਗਈ, ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮੈਂ ਅਨ ਦਿਨ ਜਾਗਾ। ਉਹਨਾਂ ਦੇ ਮਨ ਨਿਰਮਲ ਹੋ ਜਾਣਗੇ, ਭਾਵ ਮਨ ਵਿੱਚ ਕੋਈ ਭੈੜਾ ਵਿਚਾਰ, ਕੋਈ ਵਿਕਾਰ ਦਾ ਖਿਆਲ ਹੀ ਨਹੀਂ ਆਵੇ। ਇਹ ਹੈ ਮਹਾਂਪੁਰਖਾਂ ਦੀ ਸੰਗਤ ਦਾ ਫਲ। ਤਾਂ ਹੀ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਬ੍ਰਹਮ ਚੋਟਾਂ ਖਾਵੇਂ, ਵਿਣ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮਹਿਰ ਭਰੀ ਜੈ ਜੀਓ। ਜਿਹੜੀ ਗੁਰਮੁਖਾਂ ਦੀ ਸੰਗਤ ਹੈ ਨਾ, ਉਹ ਸਾਡੇ ਅੰਦਰੋਂ ਕਈ ਤਰ੍ਹਾਂ ਦੇ ਭਰਮ, ਕਈ ਤਰ੍ਹਾਂ ਦੇ ਭੁਲੇਖੇ, ਕਈ ਪ੍ਰਸ਼ਨਾਂ ਦੇ ਉੱਤਰ ਦਿੰਦੇ। ਕਿਉਂਕਿ ਦਾਸ ਗੁਰਬਾਣੀ ਦਾ ਅਦਨਾ ਜਿਹਾ ਪ੍ਰਚਾਰਕ ਹੈ, ਛੋਟਾ ਜਿਹਾ, ਪਰ ਮੈਂ ਗਿਣ ਕੇ ਨਹੀਂ ਦੱਸ ਸਕਦਾ ਕਿ ਕਿਤਨੇ ਕੁ ਲੋਕ ਪ੍ਰੇਰਨਾ ਮੰਨ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ, ਗੁਰਬਾਣੀ ਦੀ ਵਿਚਾਰ ਕਰਨ ਲੱਗ ਪਏ। ਔਰ ਅੱਜ ਉਹ ਆਪ ਬੜੀ ਪ੍ਰਸੰਨਤਾ ਨਾਲ ਕਹਿੰਦੇ ਨੇ ਸਾਨੂੰ ਤੇ ਪਤਾ ਹੀ ਨਹੀਂ ਸੀ ਜੀ ਕਿ ਗੁਰਬਾਣੀ ਵਿੱਚ ਇਹ ਕੁਝ ਹੈ। ਜਿਸ ਦਿਨ ਦੇ ਅਸੀਂ ਗੁਰਬਾਣੀ ਦੇ ਲੜ ਲੱਗੇ ਹਾਂ, ਸਾਡੇ ਹਨੇਰੇ ਦੂਰ ਹੋ ਗਏ ਨੇ, ਸਾਡੇ ਅੰਦਰ ਪ੍ਰਕਾਸ਼ ਹੋ ਗਿਆ। ਤੋ ਗੱਲ ਕੀ, ਭਗਤ ਜੀ ਕਹਿੰਦੇ ਨੇ ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮੈਂ ਅਨ ਦਿਨ ਜਾਗਾ। ਆਓ ਜੇ ਉਹ ਕਿਰਪਾ ਲੈਣੀ ਹੈ ਤੇ ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿਖਰੀ, ਸਗਲ ਗੁਣਾ ਗੁਣ ਊਤਮੋ, ਪਰਤਾ ਦੂਰ ਨ ਪਿਖਰੀ। ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣੋ, ਤੇ ਜਿਹੜੇ ਹਾਜ਼ਰ ਨਾਜ਼ਰ ਜਾਣਗੇ ਸਮਝ ਲਓ ਉਹਨਾਂ ਤੇ ਕਿਰਪਾ ਹੋ ਗਈ। ਉਹਨਾਂ ਦਾ ਮਨ ਭੈੜੇ ਵਿਚਾਰਾਂ ਤੋਂ, ਵਿਕਾਰਾਂ ਤੋਂ ਰਹਿਤ ਹੋ ਗਿਆ, ਔਰ ਉਹ ਅਨ ਦਿਨ ਜਾਗ ਪੈਣਗੇ, ਹੋਸ਼ ਵਿੱਚ ਆ ਜਾਣ। ਲਓ ਇਹ ਹੈ ਰਹਾਉ ਦੀ ਪੰਕਤੀ ਅਤੇ ਪਹਿਲਾ ਉਹ ਪਦ। ਹੁਣ ਇਸ ਤੋਂ ਅੱਗੇ ਇੱਕ ਇੱਕ ਥਿਤ ਦੇ ਨਾਮ ਉੱਤੇ ਉਪਦੇਸ਼ ਕਰਦੇ। ਪਰਵਾ ਪ੍ਰੀਤਮ ਕਰੋ ਵਿਚਾਰ। ਪਰਵਾ ਤੋਂ ਅਰਥ ਹੈ ਪਹਿਲੀ, ਇਕਾਦਸ਼, ਇੱਕ ਥਿਤ ਤੋਂ, ਏਕਮ ਤੋਂ। ਇਹ ਸਿੱਖਿਆ ਲੈਣੀ ਕਰੋ ਕਿ ਪ੍ਰੀਤਮ ਕਰੋ ਵਿਚਾਰ। ਉਹ ਪਰਮਾਤਮਾ ਜਿਹੜਾ ਪ੍ਰੀਤ ਦਾ ਮੁਜੱਸਮਾ ਹੈ, ਉਹਦੀ ਵਿਚਾਰ ਕਰੋ। ਆਵੋ ਭੈਣੇ ਗਲ ਮਿਲਾਂ, ਮੇਰੀ ਅੰਕ ਸਹੇਲੀਆਂ, ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ। ਪਰਵਾ ਪ੍ਰੀਤਮ ਕਰੋ ਵਿਚਾਰ। ਕੀ ਅਸੀਂ ਕਦੇ ਪਰਮਾਤਮਾ ਦੀ ਵਿਚਾਰ ਕੀਤੀ ਹੈ? ਮੈਂ ਤੇ ਹੁਣ ਵੀ ਕਹਿਣਾ ਪਿਆਰਿਓ, ਇਹ ਠੀਕ ਹੈ ਲਾਕਡਾਊਨ ਹੈ, ਇਹ ਠੀਕ ਹੈ ਤੁਸੀਂ ਮਜਬੂਰ ਹੋ ਕੇ ਘਰਾਂ ਵਿੱਚ ਬੈਠੇ ਹੋ, ਪਰ ਕਿਤਨਾ ਚੰਗਾ ਹੋਵੇ ਜੇ ਇਹਨਾਂ ਦਿਨਾਂ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰ ਲਓ, ਇਹਨਾਂ ਦਿਨਾਂ ਵਿੱਚ ਬਾਣੀ ਦੀ ਵਿਚਾਰ ਕਰ ਲਓ, ਕਿਤਨਾ ਲਾਭ ਹੋਵੇਗਾ। ਤੋ ਮਹਾਰਾਜ ਭਗਤ ਜੀ ਕਹਿੰਦੇ ਨੇ ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੇ ਘਟ ਅਪਾਰ। ਉਹ ਪਰਮਾਤਮਾ ਸਾਰੇ ਹਿਰਦਿਆਂ ਦੇ ਅੰਦਰ ਖੇਲ ਹੈ, ਵਰਤ ਰਿਹਾ ਹੈ, ਵਿਚਰ ਰਿਹਾ ਹੈ। ਉਹ ਪਰਮਾਤਮਾ ਜੋ ਅਘਟ ਹੈ,
ਜਿਹੜਾ ਆਪ ਕਿਸੇ ਘਟ ਵਿੱਚ ਨਹੀਂ, ਆਪ ਸਰੀਰ ਰਹਿਤ ਹੈ ਪਰ ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੁਣ ਮਨੁੱਖ ਦਾ ਸੁਭਾਅ ਹੈ, ਜੇ ਅਸੀਂ ਕਰੀਏ ਫਿਰ ਕੀ ਹੋਵੇਗਾ? ਭਗਤ ਜੀ ਕਹਿੰਦੇ ਕਾਲ ਕਲਪਨਾ ਕਦੇ ਨਾ ਖਾਏ। ਆਹ ਦੋ ਚੀਜ਼ਾਂ ਬੰਦੇ ਨੂੰ ਹਰ ਵੇਲੇ ਦਬਾਈ ਰੱਖਦੀਆਂ ਨੇ, ਮੌਤ ਦਾ ਡਰ ਤੇ ਕਲਪਨਾ, ਚਿੰਤਾ, ਫਿਕਰ। ਇਹ ਕਹਿੰਦੇ ਦੋਵੇਂ ਨਹੀਂ ਤੁਹਾਡੇ ਉੱਤੇ ਹਾਵੀ ਹੋਣਗੇ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੈਂ ਰਹਿ ਸਮਾਏ। ਆਦਿ ਪੁਰਖ ਉਹ ਪਰਮਾਤਮਾ ਜੋ ਆਦਿ ਸੇ ਹੈ, ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਸੀਗਾ, ਉਹਨੂੰ ਆਦਿ ਪੁਰਖ ਕਿਹਾ। ਜਦੋਂ ਉਹਦੇ ਵਿੱਚ ਤੁਹਾਡਾ ਮਨ, ਮੇਰਾ ਮਨ ਸਮਾ ਜਾਏਗਾ, ਇੱਕਮਿਕ ਹੋ ਜਾਏਗਾ, ਫਿਰ ਇਹ ਕਲਪਨਾ ਤੇ ਕਾਲ ਦਾ ਕੋਈ ਉੱਥੇ ਅਸਰ ਨਹੀਂ ਹੋਵੇਗਾ। ਪਰਵਾ ਪ੍ਰੀਤਮ ਕਰੋ ਵਿਚਾਰ। ਕਿਤਨਾ ਚੰਗਾ ਹੋਵੇ ਜੇ ਤੁਸੀਂ ਇਸ ਮਜਬੂਰੀ ਦਾ ਮਜਬੂਰੀ ਨਾ ਕਹੋ, ਸਮਝੋ ਇਹ ਵੀ ਅਕਾਲ ਪੁਰਖ ਦਾ ਹੁਕਮ ਹੈ। ਅਸੀਂ ਕਹਿੰਦੇ ਸੀ ਸਾਡੇ ਕੋਲ ਕੋਈ ਟਾਈਮ ਨਹੀਂ ਪਾਠ ਕਰਨ ਦਾ, ਸਾਡੇ ਕੋਲ ਕੋਈ ਟਾਈਮ ਨਹੀਂ ਵਿਚਾਰ ਕਰਨ ਦਾ। ਹੁਣ ਟਾਈਮ ਮਿਲ ਗਿਆ, ਦੁਕਾਨ 'ਤੇ ਨਹੀਂ ਜਾਣਾ, ਦਫ਼ਤਰ ਨਹੀਂ ਜਾਣਾ, ਬੱਚਿਆਂ ਨੇ ਸਕੂਲ ਨਹੀਂ ਜਾਣਾ। ਭਾਈ ਸਾਰੇ ਇਕੱਠੇ ਹੋ ਕੇ ਕੁਝ ਸਮਾਂ ਸਵੇਰੇ ਸ਼ਾਮ ਦੁਪਹਿਰੇ ਬਾਣੀ ਦੀ ਵਿਚਾਰ ਕਰੋ, ਫਿਰ ਕੀ ਹੋਵੇਗਾ? ਕਾਲ ਕਲਪਨਾ ਕਦੇ ਨਾ ਖਾਏ। ਅੱਜ ਸਵੇਰੇ ਸਵੇਰੇ ਕਿਸੇ ਸੱਜਣ ਦਾ ਫੋਨ ਆਇਆ, ਗਿਆਨੀ ਜੀ ਮਨ ਬੜਾ ਉਦਾਸ ਹੈ, ਕੋਈ ਬਾਣੀ ਵਿੱਚੋਂ ਪੰਕਤੀ ਦੱਸੋ। ਮੈਂ ਕਿਹਾ ਬਾਣੀ ਵਿੱਚ ਸਭ ਕੁਝ ਲਿਖਿਆ। ਬਾਣੀ ਤੇ ਕਹਿੰਦੀ ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੇ ਤੋ ਸਹਿਜ ਸਮਾਣਾ। ਜੇ ਤੇ ਤੁਹਾਡੇ ਇਕੱਲਿਆਂ ਨਾਲ ਕੁਝ ਹੋ ਰਿਹਾ ਤੇ ਤੁਸੀਂ ਕਹੋ ਇਹ ਤਾਂ ਸਾਰੇ ਸੰਸਾਰ ਨਾਲ ਹੋ ਰਿਹਾ। ਇਸ ਲਈ ਆਪਣੇ ਸਮੇਂ ਨੂੰ ਢਹਿੰਦੀ ਕਲਾ ਵਿੱਚ ਨਾ ਜਾਣ ਦਿਓ, ਪਰਮਾਤਮਾ ਨਾਲ ਜੁੜੋ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੈਂ ਰਹਿ ਸਮਾਏ। ਦੁਤੀਆ ਦੋ ਕਰ ਜਾਣੈ ਅੰਗ। ਦੁਤੀਆ ਥਿਤ ਤੋਂ ਪ੍ਰੇਰਨਾ ਕਰਦੇ ਹਨ ਕਿ ਉਹ ਪਰਮਾਤਮਾ ਜਿਸ ਨੂੰ ਆਪਣੇ ਨੇੜੇ ਸਮਝਣਾ ਬੜਾ ਮੁਸ਼ਕਲ ਹੈ, ਪਰ ਜੇ ਤੁਸੀਂ ਉਹਨੂੰ ਆਪਣੇ ਅੰਗ ਸੰਗ ਸਮਝ ਲਵੋ, ਮਾਇਆ ਬ੍ਰਹਮ ਰਮੈ ਸਭ ਸੰਗ। ਇਹ ਪਰਮਾਤਮਾ ਬ੍ਰਹਮ ਅਤੇ ਮਾਇਆ ਇਹ ਦੋਵੇਂ ਸਭ ਸਰੀਰਾਂ ਦੇ ਨਾਲ ਨੇ। ਮਾਇਆ ਵੀ ਇੱਥੇ ਹੀ ਹੈ, ਬ੍ਰਹਮ ਵੀ ਇੱਥੇ ਹੀ ਹੈ, ਪਰ ਇਹ ਹੈ ਕਿ ਮਾਇਆ ਤੇ ਜਿਹੜੀ ਹੈ ਬਿਨਸਣ ਵਾਲੀ ਹੈ, ਪਰ ਪਰਮਾਤਮਾ ਜਿਹੜਾ ਹੈ ਨਾ ਉਹ ਵਧੈ ਨਾ ਘਟਦਾ ਜਾਏ। ਅਕੁਲ ਨਿਰੰਜਨ ਏਕੈ ਭਾਏ। ਉਹਦੀ ਹਸਤੀ ਨਾ ਵੱਧਦੀ ਨਾ ਘਟਦੀ, ਭਾਵ ਉਹ ਇੱਕ ਰਸ ਹੈ, ਸਦਾ ਇੱਕ ਸਾਰ ਹੈ। ਔਰ ਉਹ ਪਰਮਾਤਮਾ ਜੋ ਅਕੁਲ ਹੈ, ਜਿਹਦੀ ਕੋਈ ਵਿਸ਼ੇਸ਼ ਕੁਲ ਨਹੀਂ, ਉਹ ਪਰਮਾਤਮਾ ਜੋ ਨਿਰੰਜਨ ਮਾਇਆ ਤੋਂ ਨਿਰਲੇਪ ਹੈ, ਉਹ ਇੱਕ ਹੈ ਭਾਈ, ਇੱਕ ਰਸ ਰਹਿੰਦਾ। ਤ੍ਰਿਤੀਆ ਤੀਨੇ ਤਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ। ਹੁਣ ਤ੍ਰਿਤੀਆ ਥਿਤ ਵਿੱਚ ਸਿੱਖਿਆ ਦਿੰਦੇ ਨੇ, ਤੀਨੇ ਸਮ ਕਰ ਲਿਆਵੇ। ਇਹ ਤਿੰਨ ਗੁਣ ਹਨ ਮਾਇਆ ਦੇ, ਰਜੋ ਤਮੋ ਸਤੋ। ਇਹਨਾਂ ਤਿੰਨਾਂ ਨੂੰ ਬਰਾਬਰ ਕਰਕੇ ਲਿਆਵੇ, ਭਾਵ ਇਹਨਾਂ ਦਾ ਪ੍ਰਭਾਵ ਆਪਣੇ ਤੇ ਨਾ ਪੈਣ ਦੇਵੇ। ਫਿਰ ਕੀ ਹੋਵੇਗਾ? ਆਨੰਦ ਮੂਲ ਪਰਮ ਪਦ ਪਾਵੇ। ਉਹ ਪਰਮਾਤਮਾ ਜੋ ਆਨੰਦ ਕਾ ਮੂਲ ਮੁਜੱਸਮਾ ਮੁੱਢ ਹੈ, ਉਹਦੇ ਨਾਲ ਜੁੜ ਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਏਗਾ। ਪਰ ਇਹ ਗੱਲਾਂ ਨਾਲ ਨਹੀਂ ਬਣਗੀ, ਇਹਦੇ ਤੇ ਪਰਪੱਕਤਾ ਕਦੋਂ ਆਵੇਗੀ? ਸਾਧ ਸੰਗਤ ਉਪਜੈ ਵਿਸ਼ਵਾਸ। ਜਿਉਂ ਜਿਉਂ ਗੁਰੂ ਦੀ ਸੰਗਤ ਵਿੱਚ ਆਵਾਂਗੇ, ਜਿਉਂ ਜਿਉਂ ਗੁਰਬਾਣੀ ਦੀ ਵਿਚਾਰ ਕਰਾਂਗੇ, ਉਪਜੈ ਵਿਸ਼ਵਾਸ, ਨਿਸ਼ਚਾ ਪੈਦਾ ਹੋ ਜਾਏਗਾ। ਤੇ ਬਾਹਰ ਭੀਤਰ ਸਦਾ ਪ੍ਰਗਾਸ। ਫਿਰ ਯਕੀਨ ਹੋ ਜਾਏਗਾ ਕਿ ਬਾਹਰ ਤੇ ਭੀਤਰ, ਅੰਦਰ ਤੇ ਬਾਹਰ, ਉਹ ਪਰਮਾਤਮਾ ਸਦਾ ਹੀ ਸਾਡੇ ਨਾਲ ਹੈ ਅਤੇ ਉਹਦਾ ਪ੍ਰਗਾਸ, ਉਹਦੀ ਹੋਂਦ, ਉਹਦੀ ਹਸਤੀ ਹਰ ਵੇਲੇ ਸਾਡੇ ਅੰਗ ਸੰਗ ਹੈ। ਤੋ ਸਾਧ ਸੰਗਤ, ਭਗਤ ਜੀ ਨੇ ਬੜੀ ਕਿਰਪਾ ਕੀਤੀ। ਉਹਨਾਂ ਕਿਹਾ ਵਹਿਮਾਂ ਭਰਮਾਂ ਵਿੱਚ ਨਾ ਪਵੋ,
ਐਵੇਂ ਥਿਤਾਂ ਨੂੰ ਮਾੜਾ ਚੰਗਾ ਨਾ ਆਖੋ, ਬਲਕਿ ਉਸ ਪਰਮਾਤਮਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।